ਅੱਜ ਜੋ ਮੈਂ ਸੰਦੇਸ਼ ਦੇਣ ਜਾ ਰਿਹਾ ਉਹਦਾ ਟਾਈਟਲ ਹੈ, ਅਗਰ ਇੱਕ ਗੁਣ ਹੈ ਤਾਂ ਬਹੁਤ ਹੈ, ਤੁਹਾਡਾ ਜੀਵਨ ਧਨ ਹੋਵੇਗਾ। ਉਹ ਕੀ ਹੈ? ਉਹ ਗੁਣ ਕੀ ਹੈ? ਤੁਹਾਡੇ ਵਿੱਚੋਂ ਕੋਈ ਦੱਸ ਸਕੇਗਾ? ਕੀ ਹੈ ਉਹ? ਵੈਰੀ ਸਿੰਪਲ ਹੈ। ਕੰਮ ਦੇ ਵਿੱਚ, ਪਰਿਵਾਰ ਵਿੱਚ, ਯਾਤਰਾ ਵਿੱਚ, ਸੇਵਕਾਈ ਦੇ ਵਿੱਚ 4 ਗੱਲਾਂ ਤੁਹਾਨੂੰ ਦੱਸਣ ਜਾ ਰਿਹਾ ਹਾਂ। ਸਭ ਤੋਂ ਪਹਿਲਾਂ ਕੰਮ ਦੇ ਵਿੱਚ, ਦੂਸਰਾ ਪਰਿਵਾਰ ਦੇ ਵਿੱਚ, ਪਤੀ ਪਤਨੀ ਦੇ ਨਾਲ ਅਤੇ ਹਰ ਇੱਕ ਦੇ ਨਾਲ, ਅਤੇ ਤੀਸਰਾ ਯਾਤਰਾ ਵਿੱਚ, ਅਤੇ ਚੌਥਾ ਸੇਵਾ ਦੇ ਵਿੱਚ। ਜੇ ਇੱਕ ਗੁਣ ਤੁਹਾਡੇ ਵਿੱਚ ਹੈ, ਤੁਹਾਡਾ ਜੀਵਨ ਧਨ ਹੋ ਜਾਵੇਗਾ। ਗੁਣ ਕੀ ਹੈ? ਕੰਮ ਦੇ ਵਿੱਚ ਧੀਰਜ, ਪਤੀ ਦੇ ਨਾਲ ਧੀਰਜ, ਸਫ਼ਰ ਦੇ ਵਿੱਚ ਧੀਰਜ, ਸੇਵਕਾਈ ਦੇ ਵਿੱਚ ਧੀਰਜ। ਕੰਮ ਦੇ ਵਿੱਚ ਅਗਰ ਧੀਰਜ ਰੱਖਾਂਗੇ, ਯੋਜਨਾ ਦੀ ਰਾਖੀ ਹੁੰਦੀ ਹੈ। ਪਤੀ ਨਾਲ ਧੀਰਜ ਰੱਖਣ ਤੇ ਸ਼ਾਂਤੀ ਦੀ ਰਾਖੀ ਹੁੰਦੀ ਹੈ। ਯਾਤਰਾ ਵਿੱਚ ਧੀਰਜ ਪ੍ਰਾਣ ਨੂੰ ਬਚਾ ਲੈਂਦਾ ਹੈ। ਸੇਵਕਾਈ ਦੇ ਵਿੱਚ ਧੀਰਜ ਲੋਕਾਂ ਦੀ ਰਾਖੀ ਕਰਦਾ ਹੈ। ਪਹਿਲਾ ਕੰਮ ਦੇ ਵਿੱਚ ਧੀਰਜ। ਪਹਿਲਾ ਸੈਮੂਅਲ 16ਵਾਂ ਅਧਿਆਇ 14ਵੇਂ ਵਚਨ ਤੋਂ, ਯਹੋਵਾ ਦਾ ਆਤਮਾ ਸ਼ਾਉਲ ਉਤੋਂ ਉੱਠ ਗਿਆ ਅਤੇ ਯਹੋਵਾ ਦੇ ਵੱਲੋਂ ਇੱਕ ਦੁਸ਼ਟ ਆਤਮਾ ਉਸ ਨੂੰ ਡਰਾਉਣ ਲੱਗਾ। ਤਦ ਸ਼ਾਉਲ ਦੇ ਕਰਮਚਾਰੀਆਂ ਨੇ ਉਸ ਨੂੰ ਕਿਹਾ, ਸੁਣ, ਪਰਮੇਸ਼ਵਰ ਦੇ ਵੱਲੋਂ ਇੱਕ ਦੁਸ਼ਟ ਆਤਮਾ ਤੇਰੇ ਉੱਪਰ ਆਉਂਦਾ ਹੈ। ਸਾਡਾ ਪ੍ਰਭੂ ਆਪਣੇ ਕਰਮਚਾਰੀਆਂ ਨੂੰ ਜੋ ਉਪਸਥਿਤ ਹੈ ਆਗਿਆ ਦੇਵੇ ਉਹ ਕਿਸੇ ਚੰਗੇ ਵੀਣ ਵਜਾਉਣ ਵਾਲੇ ਨੂੰ ਲੈ ਆਉਣ, ਅਤੇ ਜਦੋਂ ਪਰਮੇਸ਼ਵਰ ਦੇ ਵੱਲੋਂ ਦੁਸ਼ਟ ਆਤਮਾ ਤੇਰੇ ਤੇ ਆਵੇ ਤਦ ਉਹ ਆਪਣੇ ਹੱਥਾਂ ਨਾਲ ਵਜਾਏ ਅਤੇ ਤੂੰ ਚੰਗਾ ਹੋ ਜਾਵੇ। ਸ਼ਾਉਲ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ, ਇੱਕ ਉੱਤਮ ਵੀਣਾ ਵਜਾਉਣ ਵਾਲਾ ਲੱਭੋ, ਉਸ ਨੂੰ ਮੇਰੇ ਕੋਲ ਲੈ ਕੇ ਆਓ। ਇੱਕ ਜਵਾਨ ਨੇ ਉੱਤਰ ਦੇ ਕੇ ਕਿਹਾ, ਸੁਣ, ਮੈਂ ਬੈਤਲਹਮ ਦੇ ਇੱਕ ਵਾਸੀ ਯਸ਼ੀ ਦੇ ਪੁੱਤਰ ਨੂੰ ਵੇਖਿਆ ਜਿਹੜਾ ਵੀਣਾ ਵਜਾਉਣਾ ਜਾਣਦਾ ਹੈ। ਉਹ ਵੀਰ ਯੋਧਾ ਵੀ ਹੈ ਅਤੇ ਗੱਲਾਂ ਕਰਨ ਦੇ ਵਿੱਚ ਉਹ ਸਮਝਦਾਰ ਅਤੇ ਪਰਮੇਸ਼ਵਰ ਉਹਦੇ ਨਾਲ ਰਹਿੰਦਾ ਹੈ। ਸ਼ਾਉਲ ਨੇ ਦੂਤਾਂ ਦੇ ਹੱਥ ਯਸ਼ੀ ਦੇ ਕੋਲ ਸੁਨੇਹਾ ਭੇਜਿਆ ਆਪਣੇ ਪੁੱਤਰ ਦਾਊਦ ਨੂੰ, ਜਿਹੜਾ ਭੇਡਾਂ ਬੱਕਰੀਆਂ ਨਾਲ ਰਹਿੰਦਾ ਹੈ, ਮੇਰੇ ਕੋਲ ਭੇਜ ਦੇ। 21ਵਾਂ ਵਚਨ। ਅਤੇ ਦਾਊਦ ਸ਼ਾਉਲ ਦੇ ਕੋਲ ਜਾ ਕੇ ਉਹਦੇ ਸਾਹਮਣੇ ਉਪਸਥਿਤ ਰਹਿਣ ਲੱਗ ਪਿਆ ਅਤੇ ਸ਼ਾਉਲ ਉਸ ਦੇ ਨਾਲ ਬਹੁਤ ਪਿਆਰ ਕਰਨ ਲੱਗਾ ਅਤੇ ਉਹ ਉਹਦਾ ਹਥਿਆਰ ਢੋਣ ਵਾਲਾ ਬਣ ਗਿਆ। ਕੰਮ ਦੇ ਵਿੱਚ ਧੀਰਜ। ਇਸ ਗੱਲ ਤੇ ਧਿਆਨ ਦਿਓ ਕਿ ਤੁਸੀਂ ਕੰਮ ਕਰਦੇ ਹੋ। ਅਰਥ ਕੀ ਆ? ਨੌਕਰੀ ਕਰ ਰਹੇ ਹੋ, ਕੰਪਨੀ ਵਿੱਚ ਕੰਮ ਕਰਦੇ ਹੋ, ਘਰ ਵਿੱਚ ਕੰਮ ਕਰਦੇ ਹੋ, ਤਾਂ ਫਿਰ ਸੁਣੋ, ਤੁਹਾਡੇ ਕੰਮ ਕਰਦੇ ਸਮੇਂ ਤੁਹਾਡੇ ਅੰਦਰ ਬਹੁਤ ਕੀਮਤੀ ਗੁਣ ਹੋਣਾ ਚਾਹੀਦਾ। ਉਹ ਧੀਰਜ ਹੈ। ਕਿਉਂਕਿ ਜਦੋਂ ਤੁਸੀਂ ਕੰਮ ਕਰਦੇ ਹੋ ਤੁਹਾਡੀ ਇੱਛਾ ਅਨੁਸਾਰ ਸਭ ਕੁਝ ਨਹੀਂ ਹੋਵੇਗਾ। ਭੈਣੋ ਤੇ ਭਰਾਓ, ਜਦੋਂ ਤੁਸੀਂ ਨੌਕਰੀ ਕਰਦੇ ਹੋ ਸਭ ਕੁਝ ਤੁਹਾਡੇ ਮੁਤਾਬਿਕ ਨਹੀਂ ਹੋਵੇਗਾ। ਉਸੇ ਤਰ੍ਹਾਂ ਤੁਸੀਂ ਇੱਕ ਚੰਗੀ ਘਰਵਾਲੀ ਹੋ ਕੇ ਬੱਚਿਆਂ ਨੂੰ ਪਾਲਦੇ ਹੋਏ, ਘਰ ਦਾ ਅਤੇ ਰਸੋਈ ਦਾ ਕੰਮ ਕਰਦੇ ਹੋ ਤਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਸਭ ਕੁਝ ਤੁਹਾਡੇ ਅਨੁਸਾਰ ਨਹੀਂ ਹੋਵੇਗਾ। ਆਪਣੇ ਜੀਵਨ 'ਚ ਅਸੀਂ ਜੋ ਨਹੀਂ ਸੋਚਿਆ ਐਸੀਆਂ ਘਟਨਾਵਾਂ ਹੋਣਗੀਆਂ। ਜ਼ਿੰਦਗੀ 'ਚ ਉਤਾਰ ਚੜ੍ਹਾਵ ਤਾਂ ਆਉਣਗੇ। ਕਿਰਪਾ ਕਰਕੇ ਸੁਣੋ, 12 ਘੰਟੇ ਅਸੀਂ ਵਧੀਆ ਚਾਨਣ ਨੂੰ ਵੇਖਦੇ ਹਾਂ ਅਤੇ ਉਸ ਤੋਂ ਬਾਅਦ ਹਨੇਰਾ ਆ ਜਾਂਦਾ ਹੈ। ਹਨੇਰੇ ਦੇ ਵਿੱਚ ਵੀ ਪਰਮੇਸ਼ਵਰ ਨੇ ਇੱਕ ਅਦਭੁਤ ਸ੍ਰਿਸ਼ਟੀ ਲੁਕੋ ਕੇ ਰੱਖੀ ਹੈ। ਕਿਰਪਾ ਕਰਕੇ ਧਿਆਨ ਦਿਓ, ਹਨੇਰੇ ਤੋਂ ਬਿਨਾਂ ਪਰਮੇਸ਼ਵਰ ਦੀ ਲੁਕੋਈ ਹੋਈ ਤਾਰੇ ਜਾਂ ਫਿਰ ਚੰਨ ਸਾਨੂੰ ਦਿਖਾਈ ਨਹੀਂ ਦੇਣਗੇ। ਉਸੇ ਤਰ੍ਹਾਂ ਪਰਮੇਸ਼ਵਰ ਕਈ ਵਾਰ ਸਾਡੇ ਜੀਵਨ 'ਚ ਹਨੇਰੇ ਨੂੰ ਆਗਿਆ ਦਿੰਦਾ ਹੈ। ਕਾਰਨ ਕੀ ਹੈ? ਹਨੇਰੇ ਵਿੱਚ ਪਰਮੇਸ਼ਵਰ ਜਿੰਨਾ ਕੀਮਤੀ ਚੀਜ਼ਾਂ ਨੂੰ ਲੁਕਾ ਕੇ ਰੱਖਿਆ ਹੈ, ਉਹਨਾਂ ਨੂੰ ਵੇਖ ਸਕੋ, ਸਮਝ ਸਕੋ, ਜਾਣ ਸਕੋ। ਇਸ ਗੱਲ ਨੂੰ ਨਾ ਭੁੱਲੋ। ਇਸੇ ਲਈ ਹਨੇਰਾ ਤੁਹਾਡੇ ਲਈ ਚੰਗਾ ਹੈ। ਤੁਸੀਂ ਹਨੇਰੇ ਤੋਂ ਨਾ ਡਰੋ। ਉਦਾਹਰਨ, ਹਨੇਰਾ ਹੋਣ ਤੇ ਤਾਰੇ ਨਹੀਂ ਡਰਦੇ ਅਤੇ ਨਾ ਹੀ ਚੰਨ ਡਰਦਾ ਹੈ, ਕਿਉਂਕਿ ਹਨੇਰਾ ਹੀ ਉਹਨਾਂ ਨੂੰ ਪ੍ਰਕਾਸ਼ਮਾਨ ਕਰਦਾ ਹੈ। ਉਸੇ ਤਰ੍ਹਾਂ ਤੁਸੀਂ ਅਤੇ ਮੈਂ, ਅਸੀਂ ਜੋ ਆਤਮਿਕ ਸੰਤਾਨ ਹਾਂ, ਇਸ ਬਾਰੇ ਬਾਈਬਲ ਦੱਸਦੀ ਹੈ, ਤਾਰਿਆਂ ਦੀ ਤਰ੍ਹਾਂ ਅਸੀਂ ਚਮਕਾਂਗੇ। ਤਾਰੇ ਹਨੇਰੇ ਦੇ ਵਿੱਚ ਡਰਦੇ ਨਹੀਂ ਆ। ਇਹਦਾ ਕਾਰਨ ਕੀ ਹੈ? ਹਨੇਰਾ ਹੀ ਉਹਨਾਂ ਨੂੰ ਪ੍ਰਕਾਸ਼ਮਾਨ ਕਰਦਾ ਹੈ। ਉਸੇ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਵੀ ਜਦੋਂ ਹਨੇਰਾ ਆ ਜਾਂਦਾ ਹੈ ਤਾਂ ਸਾਡੇ ਜੀਵਨ ਦਾ ਕੀਮਤੀ ਵਿਸ਼ਵਾਸ, ਸਾਡੇ ਜੀਵਨ ਦਾ ਪਰਮੇਸ਼ਵਰ ਦੇ ਪ੍ਰਤੀ ਭਰੋਸਾ ਹਨੇਰਾਪਨ ਸਾਨੂੰ ਦਿਖਾਉਂਦਾ ਹੈ, ਉਸ ਨੂੰ ਬਾਹਰ ਲੈ ਆਉਂਦਾ ਹੈ। ਹਨੇਰੇ ਦੀ ਤਰਾਈ ਵਿੱਚ ਜਦੋਂ ਮੈਂ ਚੱਲਾਂ ਤਾਂ ਮੈਂ ਕਿਸੇ ਤੋਂ ਨਹੀਂ ਡਰਾਂਗਾ। ਕਿਹਾ ਕਾਰਨ ਕੀ ਹੈ? ਉਸ ਨੂੰ ਪਤਾ ਹੈ ਹਨੇਰੇ ਦੇ ਵਿੱਚ ਜਦੋਂ ਮੈਂ
ਚੱਲਾਂਗਾ, ਪਰਮੇਸ਼ਵਰ ਮੇਰੇ ਨਾਲ ਰਹੇਗਾ, ਉਹਦੇ ਨਾਲ ਮੇਰਾ ਇੱਕ ਨਵਾਂ ਤਜਰਬਾ ਹੋਵੇਗਾ। ਮੈਂ ਫਿਰ ਤੋਂ ਯਾਦ ਕਰਵਾ ਰਿਹਾ, ਜਦੋਂ ਅਸੀਂ ਕੰਮ ਕਰਦੇ ਹਾਂ, ਫਿਰ ਤੋਂ ਕਹਿ ਰਿਹਾ ਹਾਂ, ਉਹ ਸਾਡੇ ਘਰ ਦਾ ਕੰਮ ਹੋ ਸਕਦਾ, ਰਸੋਈ ਦਾ ਕੰਮ ਹੋ ਸਕਦਾ, ਬੱਚਿਆਂ ਨੂੰ ਪਾਲਣ ਦਾ, ਜਾਂ ਨੌਕਰੀ ਹੋ ਸਕਦੀ ਹੈ, ਕੰਪਨੀ ਦਾ ਕੰਮ ਹੋ ਸਕਦਾ ਹੈ, ਹਸਪੀਟਲ ਦੇ ਵਿੱਚ, ਕਾਲਜ ਦੇ ਵਿੱਚ, ਕੰਪਨੀ ਵਿੱਚ ਕੰਮ ਕਰ ਸਕਦੇ ਹਾਂ, ਕਿਸੇ ਘਰ ਦੇ ਵਿੱਚ ਹੋ ਸਕਦੇ ਆ। ਇਸ ਤਰ੍ਹਾਂ ਕੰਮ ਕਰਦੇ ਸਮੇਂ ਉਤਾਰ ਚੜਾਵ ਆਉਂਦੇ ਆ, ਸੰਘਰਸ਼ ਆਉਂਦੇ ਆ, ਅਪਮਾਨ ਆਏਗਾ, ਅਸਫਲਤਾਵਾਂ ਆਉਣਗੀਆਂ। ਪਰ ਧਿਆਨ ਨਾਲ ਵੇਖੋ, ਭੇਡ ਬੱਕਰੀਆਂ ਨੂੰ ਚਰਾਉਣ ਵਾਲਾ ਇਹ ਦਾਊਦ ਵੀਣਾ ਵਜਾਉਣ ਦੇ ਵਿੱਚ ਬਹੁਤ ਹੀ ਤਜਰਬੇਕਾਰ ਸੀ, ਚੰਗੀ ਤਰ੍ਹਾਂ ਵਜਾਉਂਦਾ ਸੀ। ਉਹ ਇੱਕ ਯੋਧਾ ਸੀ, ਉਹ ਬਹੁਤ ਸੋਹਣਾ ਸੀ, ਉਹਦੇ 'ਚ ਬਹੁਤ ਸਾਰੀਆਂ ਯੋਗਤਾਵਾਂ ਸੀ। ਜਦੋਂ ਸ਼ਾਉਲ ਤੇ ਦੁਸ਼ਟ ਆਤਮਾ ਆਉਂਦਾ ਸੀ ਦਾਊਦ ਦੇ ਵੀਣਾ ਵਜਾਉਣ ਤੇ, ਤਦ ਉਹ ਦੁਸ਼ਟ ਆਤਮਾ ਨਿਕਲ ਜਾਂਦੀ ਸੀ। ਇਸ ਲਈ ਸ਼ਾਉਲ ਦਾਊਦ ਨਾਲ ਪਿਆਰ ਕਰਨ ਲੱਗਾ, ਉਸ ਨੂੰ ਨੌਕਰੀ ਦੇ ਦਿੱਤੀ। ਉਹ ਨੌਕਰੀ ਕੀ ਸੀ? ਦਾਊਦ, ਤੂੰ ਮੈਨੂੰ ਬਹੁਤ ਚੰਗਾ ਲੱਗਦਾ ਹੈ, ਮੈਂ ਤੈਨੂੰ ਨੌਕਰੀ ਦੇ ਰਿਹਾ ਹਾਂ। ਉਹ ਨੌਕਰੀ ਕੀ ਹੈ? ਮੇਰੇ ਹਥਿਆਰ ਢੋਣ ਦੀ ਨੌਕਰੀ ਮੈਂ ਤੈਨੂੰ ਦੇ ਰਿਹਾ ਹਾਂ। ਇੱਕ ਨੌਕਰੀ ਮਿਲ ਗਈ। ਕੱਲ ਤੱਕ ਦਾਊਦ ਕਿਹੜੀ ਨੌਕਰੀ ਕਰ ਰਿਹਾ ਸੀ? ਧੁੱਪ ਵਿੱਚ, ਮੀਂਹ ਵਿੱਚ, ਠੰਡ ਵਿੱਚ, ਜੰਗਲ ਵਿੱਚ ਜਾ ਕੇ ਭੇਡਾਂ ਨੂੰ ਚਰਾਇਆ ਕਰਦਾ ਸੀ। ਹੁਣ ਰਾਜੇ ਦੇ ਕੋਲ ਰਾਜੇ ਦੀ ਲੜਾਈ ਦੇ ਲਈ ਹਥਿਆਰਾਂ ਨੂੰ ਢੋਣ ਦਾ ਇੱਕ ਚੰਗਾ ਕੰਮ ਉਸ ਨੂੰ ਮਿਲ ਗਿਆ। ਕਿੰਨਾ ਖੁਸ਼ ਹੋਇਆ ਹੋਵੇਗਾ, ਪ੍ਰਭੂ ਤੁਸੀਂ ਮੈਨੂੰ ਇੱਕ ਨੌਕਰੀ ਦਿੱਤੀ, ਬੜੀ ਖੁਸ਼ੀ ਹੈ। ਉਸ ਤੋਂ ਬਾਅਦ ਕੀ ਹੋਇਆ? 18ਵਾਂ ਅਧਿਆਇ 5ਵੇਂ ਵਚਨ ਤੋਂ ਪੜ੍ਹ ਰਿਹਾ ਹਾਂ। ਅਤੇ ਜਿੱਥੇ ਕਿਤੇ ਸ਼ਾਉਲ ਦਾਊਦ ਨੂੰ ਭੇਜਦਾ ਸੀ, ਉਹ ਉੱਥੇ ਜਾ ਕੇ ਸਮਝਦਾਰੀ ਦੇ ਨਾਲ ਕੰਮ ਕਰਿਆ ਕਰਦਾ ਸੀ। ਦਾਊਦ ਕੰਮ ਕਰਨ ਵਾਲਾ ਵਿਅਕਤੀ ਸੀ। ਫਿਰ ਤੋਂ ਕਹਿ ਰਿਹਾ ਹਾਂ, ਕੰਮ ਕਰਨ ਵਾਲਾ ਕੰਮ ਆਉਂਦਾ ਹੈ ਅਤੇ ਕੰਮ ਆਉਣ ਵਾਲਾ ਕੰਮ ਕਰਦਾ ਹੈ। ਯੈਸ, ਦਾਊਦ ਕੰਮ ਵਾਲਾ ਵਿਅਕਤੀ ਸੀ, ਕਿਉਂਕਿ ਉਹ ਕੰਮ ਕਰਨ ਵਾਲਾ ਸੀ। ਕੰਮ ਕਰਨ ਵਾਲਾ ਹੀ ਕੰਮ ਆਉਂਦਾ ਹੈ, ਕੰਮ ਆਉਣ ਵਾਲਾ ਹੀ ਕੰਮ ਕਰਦਾ ਹੈ। ਜਿਹੜਾ ਸੌਣ ਆਇਆ ਹੋਵੇ ਸੋ ਜਾਂਦਾ ਹੈ, ਜਿਹੜਾ ਖਾਣ ਆਇਆ ਹੋਵੇ, ਜਿਹੜਾ ਖਾਣ ਲਈ ਆਇਆ ਹੋਵੇ। ਕੁਝ ਲੋਕ ਵਿਆਹ 'ਚ ਜਾਂਦੇ ਆ, ਉਹ ਵਿਆਹ ਲਈ ਨਹੀਂ ਜਾਂਦੇ। ਕਾਹਦੇ ਲਈ ਜਾਂਦੇ ਹੈ ਦੱਸੋ? ਉਹ ਸਿੱਧੇ ਕਾਊਂਟਰ ਤੇ ਜਾਂਦੇ ਆ। ਕਿਹੜੇ ਕਾਊਂਟਰ ਤੇ? ਖਾਣ ਦੇ ਕਾਊਂਟਰ ਤੇ। ਉੱਥੇ ਜਾਣਾ ਅਤੇ ਖਾ ਕੇ ਵਾਪਸ ਆ ਜਾਣਾ। ਭੈਣੋ ਅਤੇ ਭਰਾਓ, ਸਮਝਦਾਰੀ ਦੇ ਨਾਲ ਉਸ ਨੂੰ ਜਿੱਥੇ ਭੇਜਿਆ ਗਿਆ ਉੱਥੇ ਜਾ ਕੇ ਕੰਮ ਕਰਦਾ ਸੀ। ਇਸੇ ਲਈ ਸ਼ਾਉਲ ਨੇ ਉਸ ਨੂੰ ਯੋਧਿਆਂ ਦੇ ਉੱਪਰ ਪ੍ਰਧਾਨ ਬਣਾ ਦਿੱਤਾ। ਸਾਰੇ ਹੀ ਯੋਧਿਆਂ ਦੇ ਉੱਪਰ ਦਾਊਦ ਨੂੰ ਪ੍ਰਧਾਨ ਬਣਾ ਦਿੱਤਾ। ਇਸ ਤੋਂ ਪਹਿਲਾਂ ਦਾਊਦ ਕੇਵਲ ਹਥਿਆਰ ਢੋਣ ਵਾਲਾ ਸੀ, ਲੇਕਿਨ ਅੱਜ ਦਾਊਦ ਸਾਰੇ ਹੀ ਯੋਧਿਆਂ ਦੇ ਉੱਪਰ ਪ੍ਰਧਾਨ ਬਣ ਗਿਆ। ਕਿੰਨਾ ਅਦਭੁਤ ਪ੍ਰਮੋਸ਼ਨ ਹੈ। ਬੜਾ ਖੁਸ਼ ਹੋਇਆ ਹੋਵੇਗਾ, ਪ੍ਰਭੂ ਪਹਿਲਾਂ ਮੈਂ ਭੇਡਾਂ ਦਾ ਚਰਵਾਹਾ ਸੀ ਅਤੇ ਫਿਰ ਮੈਂ ਹਥਿਆਰ ਢੋਣ ਵਾਲਾ ਬਣ ਗਿਆ, ਲੇਕਿਨ ਅੱਜ ਤਾਂ ਸਾਰੇ ਸਿਪਾਹੀ ਅਤੇ ਸਾਰੇ ਯੋਧਿਆਂ ਦੇ ਉੱਪਰ ਤੁਸੀਂ ਮੈਨੂੰ ਪ੍ਰਧਾਨ ਬਣਾਤਾ। ਪਿਤਾ ਤੁਹਾਡਾ ਧੰਨਵਾਦ, ਸਤੁਤੀ। ਉਹਦੀ ਸੋਚ ਅਤੇ ਸਮਝ ਤੋਂ ਵੀ ਜ਼ਿਆਦਾ ਇੱਕ ਉੱਤਮ ਸਥਿਤੀ ਅਤੇ ਅਹੁਦੇ ਤੇ ਦਾਊਦ ਪਹੁੰਚਾਇਆ ਗਿਆ। ਅੱਜ ਸਾਡੇ ਵਿਚਕਾਰ ਕੋਈ ਹੈ, ਮੈਂ ਇਸ ਤੋਂ ਪਹਿਲਾਂ ਇਸ ਅਹੁਦੇ ਤੇ ਸੀ, ਮੇਰੇ ਸਾਥੀਆਂ ਤੋਂ ਵੀ ਜ਼ਿਆਦਾ ਚੰਗੀ ਪੋਸਟ ਮੈਨੂੰ ਮਿਲੀ। ਅਸੀਂ ਕਈ ਵਾਰ ਇਸ ਤਰ੍ਹਾਂ ਸੁਣਦੇ ਹਾਂ, ਮੇਰੇ ਨਾਲ ਜਿਨ੍ਹਾਂ ਨੇ ਪੇਪਰ ਦਿੱਤੇ ਉਹਨਾਂ ਨੂੰ ਨੌਕਰੀ ਨਹੀਂ ਮਿਲੀ, ਮੈਨੂੰ ਮਿਲ ਗਈ। ਮੇਰੇ ਰੂਮਮੇਟਸ ਨੂੰ ਨੌਕਰੀ ਨਹੀਂ ਮਿਲੀ, ਪਰ ਮੈਨੂੰ ਮਿਲ ਗਈ। ਮੇਰੇ ਆਲੇ ਦੁਆਲੇ ਰਹਿਣ ਵਾਲੇ ਮੇਰੇ ਨਾਲੋਂ ਵੀ ਹੁਸ਼ਿਆਰ ਹੈ, ਉਹਨਾਂ ਨੂੰ ਨੌਕਰੀ ਨਹੀਂ ਮਿਲੀ, ਪਰ ਮੈਨੂੰ ਮਿਲ ਗਈ। ਸਾਡੇ ਘਰਾਣੇ ਵਿੱਚ ਜਿਹੜੀ ਵਧੀਆ ਬਿਲਡਿੰਗ ਮੈਂ ਬਣਾਈ ਹੈ, ਇਸ ਤਰ੍ਹਾਂ ਕੋਈ ਬਣਾ ਨਹੀਂ ਸਕਿਆ। ਬਣਾਉਣ ਦੀ ਸ਼ਕਤੀ ਪ੍ਰਭੂ ਨੇ ਮੈਨੂੰ ਦਿੱਤੀ। ਇਸ ਤਰ੍ਹਾਂ ਦੇ ਸਾਡੇ ਜੀਵਨ ਦੇ ਵਿੱਚ ਅੱਜ ਸਾਡੇ ਨਾਲ ਰਹਿਣ ਵਾਲਿਆਂ ਤੋਂ ਅੱਜ ਅਸੀਂ ਆਤਮਿਕ ਤੌਰ ਤੇ ਹੋ ਸਕਦੇ ਆ, ਆਰਥਿਕ ਤੌਰ ਤੇ ਹੋ ਸਕਦੇ ਆ, ਅਧਿਕਾਰ ਦੇ ਤੌਰ ਤੇ ਹੋ ਸਕਦੇ ਆ। ਅਗਰ ਉੱਤਮ ਸਥਿਤੀ ਵਿੱਚ ਤੁਸੀਂ ਹੋ ਤਾਂ ਉੱਥੇ ਪਰਮੇਸ਼ਵਰ ਨੇ ਤੁਹਾਨੂੰ ਪਹੁੰਚਾਇਆ, ਇਸ ਗੱਲ ਨੂੰ ਯਾਦ ਰੱਖੋ। ਲੇਕਿਨ ਜਦੋਂ ਤੁਸੀਂ ਤਰੱਕੀ ਕਰਦੇ ਹੋ, ਤੁਹਾਡੇ ਨਾਲ ਹੁੰਦਾ ਹੈ ਕੌਣ? ਤੁਹਾਨੂੰ ਸੁੱਟਣ ਵਾਲਾ। ਜਦੋਂ ਤੁਸੀਂ ਆਸ਼ੀਸ਼ ਪਾਉਂਦੇ ਹੋ, ਤੁਹਾਡੀਆਂ ਆਸ਼ੀਸ਼ਾਂ ਨੂੰ ਮਹਿਸੂਸ ਨਾ ਕਰ ਸਕੋ, ਇਸ ਤਰ੍ਹਾਂ ਹੁੰਦਾ ਹੈ। ਇਸ ਦਾ ਕੰਮ ਕੀ ਹੈ? ਤੁਹਾਨੂੰ ਸੁੱਟਣਾ, ਤੁਹਾਨੂੰ ਦਬਾਉਣਾ। ਇਹ ਹਮੇਸ਼ਾ ਹੁੰਦਾ ਹੀ ਰਹੇਗਾ। ਕਿਰਪਾ ਕਰਕੇ ਧਿਆਨ ਦਿਓ। ਦਾਊਦ ਸੈਨਾ ਦੇ ਵਿੱਚ ਸਾਰੇ ਸਿਪਾਹੀਆਂ ਦੇ ਉੱਪਰ ਹੀ ਵਾਸ ਏ ਕਮਾਂਡਰ। ਇੰਨੀ ਉੱਤਮ ਸਥਿਤੀ ਤੇ ਉਹ ਪਹੁੰਚ ਗਿਆ। ਫਿਰ ਕੀ ਹੋਇਆ? ਫਲਸਤੀ ਨੂੰ ਮਾਰ ਦਿੱਤਾ। ਨਗਰ ਦੇ ਵਿੱਚ ਕਦਮ ਰੱਖਿਆ। ਸਾਰਾ ਨਗਰ ਇਕੱਠਾ ਹੋ ਗਿਆ।
ਦਾਊਦ ਹੀ ਤਾਂ ਹੈ ਜਿਸ ਨੇ ਫਲਿਸ਼ਤੀ ਨੂੰ ਮਾਰ ਕੇ ਸਾਡੇ ਸਾਰਿਆਂ ਦੀ ਰਾਖੀ ਕੀਤੀ ਹੈ। ਸਾਰੇ ਖੁਸ਼ੀ ਦੇ ਨਾਲ ਗਾਉਣ ਲੱਗੇ, ਸ਼ਾਊਲ ਨੇ ਤਾਂ ਹਜ਼ਾਰਾਂ ਨੂੰ ਅਤੇ ਦਾਊਦ ਨੇ ਤਾਂ ਲੱਖਾਂ ਦੀ ਗਿਣਤੀ ਨੂੰ ਦੁਸ਼ਮਣਾਂ ਨੂੰ ਮਾਰਿਆ ਹੈ। ਜਦੋਂ ਇਸ ਤਰ੍ਹਾਂ ਗਾ ਰਹੇ ਸੀ, ਸ਼ਾਊਲ ਨੇ ਧਿਆਨ ਨਾਲ ਸੁਣਿਆ, ਇਹ ਕੀ ਗਾ ਰਹੇ ਆ? ਸ਼ਾਊਲ ਨੇ ਤਾਂ ਹਜ਼ਾਰਾਂ ਨੂੰ ਅਤੇ ਦਾਊਦ ਨੇ ਤਾਂ ਲੱਖਾਂ ਦੁਸ਼ਮਣਾਂ ਨੂੰ ਮਾਰਿਆ ਹੈ। ਉਹ ਜਦੋਂ ਇਸ ਤਰ੍ਹਾਂ ਗਾ ਰਹੇ ਸੀ ਤਾਂ ਸ਼ਾਊਲ ਨੇ ਦਾਊਦ ਨੂੰ ਵੇਖਿਆ। ਬਸ ਇੰਨਾ ਹੀ, ਇਹਦਾ ਵੇਖਣਾ ਮਾਮੂਲੀ ਵੇਖਣਾ ਨਹੀਂ ਸੀ। ਆਓ ਪੜ੍ਹਦੇ ਹਾਂ 18ਵੇਂ ਅਧਿਆਏ ਦੇ 7ਵੇਂ ਵਚਨ ਤੋਂ 9ਵੇਂ ਵਚਨ ਤੱਕ। ਉਹ ਇਸਤਰੀਆਂ ਨੱਚਦੀਆਂ ਹੋਈਆਂ ਇੱਕ ਦੂਜੇ ਦੇ ਨਾਲ ਗਾਉਂਦੀਆਂ ਗਈਆਂ, ਸ਼ਾਊਲ ਨੇ ਤਾਂ ਹਜ਼ਾਰਾਂ ਨੂੰ ਅਤੇ ਦਾਊਦ ਨੇ ਲੱਖਾਂ ਨੂੰ ਮਾਰਿਆ ਹੈ। ਅਤੇ ਸ਼ਾਊਲ ਨੂੰ ਗੁੱਸਾ ਆਇਆ ਅਤੇ ਇਹ ਗੱਲ ਉਸ ਨੂੰ ਚੰਗੀ ਨਹੀਂ ਲੱਗੀ। ਉਹ ਕਹਿਣ ਲੱਗਾ, ਉਹਨਾਂ ਨੇ ਦਾਊਦ ਦੇ ਲਈ ਤਾਂ ਲੱਖਾਂ ਅਤੇ ਮੇਰੇ ਲਈ ਹਜ਼ਾਰਾਂ ਹੀ ਠਹਿਰਾਏ ਹੈ। ਇਸ ਲਈ ਹੁਣ ਰਾਜ ਨੂੰ ਛੱਡ, ਹੁਣ ਇਸ ਨੂੰ ਕੀ ਮਿਲਣਾ ਬਾਕੀ ਹੈ। ਉਸ ਦਿਨ ਤੋਂ ਸ਼ਾਊਲ ਦਾਊਦ ਦੀ ਤਾਕ ਦੇ ਵਿੱਚ ਲੱਗਾ ਰਿਹਾ। ਜਿਸਨੇ ਪ੍ਰਮੋਸ਼ਨ ਦਿੱਤਾ ਉਹੀ, ਜਿਸਨੇ ਪ੍ਰਮੋਟ ਕੀਤਾ ਉਹੀ ਤਾਕ ਵਿੱਚ ਰਿਹਾ। ਇੱਕ ਸਮੇਂ ਸਾਡਾ ਬੌਸ ਸਾਡੇ ਨਾਲ ਬਹੁਤ ਹੀ ਚੰਗੀ ਤਰ੍ਹਾਂ ਵਰਤਾਓ ਕਰਦਾ ਸੀ। ਕਿਸੇ ਸਮੇਂ ਸਾਡੇ ਮੈਨੇਜਰ ਦਾ ਵਿਵਹਾਰ ਬਹੁਤ ਚੰਗਾ ਸੀ। ਸਾਡੇ ਟੀਮ ਲੀਡਰ ਕਿਸੇ ਸਮੇਂ 'ਚ ਸਾਡੇ ਨਾਲ ਬਹੁਤ ਚੰਗੇ ਰਹਿੰਦੇ ਸੀ। ਮੈਂ ਜਿਸ ਘਰ ਦੇ ਵਿੱਚ ਕੰਮ ਕਰਦਾ ਹਾਂ, ਉਸ ਘਰ ਦਾ ਮਾਲਿਕ ਅਤੇ ਮਾਲਕਿਨ ਬਹੁਤ ਚੰਗਾ ਵਿਵਹਾਰ ਕਰਦੇ ਸੀ, ਸਹੀ ਗੱਲਾਂ ਕਰਦੇ ਸੀ। ਪਰ ਪਤਾ ਨਹੀਂ ਕਿਉਂ ਅਚਾਨਕ ਉਹਨਾਂ 'ਚ ਬਦਲਾਅ ਆ ਗਿਆ। ਬਾਰ-ਬਾਰ ਗੁੱਸਾ ਕਰਦੇ ਆ, ਨਾਰਾਜ਼ ਹੁੰਦੇ ਆ, ਬਿਨਾਂ ਕਿਸੇ ਕਾਰਨ ਤੋਂ ਡਾਂਟਦੇ ਰਹਿੰਦੇ ਆ। ਉਹਨਾਂ ਦੇ ਵਿਵਹਾਰ ਨੂੰ ਦੇਖਣ ਤੇ, ਉਹਨਾਂ ਦੀਆਂ ਗੱਲਾਂ ਤੇ ਦੇਖਣ ਤੇ ਸ਼ੱਕ ਹੁੰਦਾ ਹੈ ਕਿਤੇ ਮੈਨੂੰ ਨੌਕਰੀ ਤੋਂ ਨਾ ਕੱਢ ਦੇਵੇ। ਮੈਨੂੰ ਡਾਊਟ ਹੈ। ਯੈਸ, ਦਾਊਦ ਨੂੰ ਵੀ ਇਹੀ ਡਾਊਟ ਹੋਇਆ। ਜਦ ਉਸਨੇ ਸ਼ਾਊਲ ਨੂੰ ਵੇਖਿਆ, ਸ਼ਾਊਲ ਦੇ ਵਿਵਹਾਰ ਨੂੰ ਵੇਖਿਆ, ਤਾਂ ਸ਼ਾਊਲ ਦੇ ਦੇਖਣ ਦੇ ਅੰਦਾਜ਼ੇ ਨੂੰ ਜਦੋਂ ਵੇਖਿਆ ਤਾਂ ਉਸਨੂੰ ਸ਼ੱਕ ਹੋ ਗਿਆ। ਕੁਝ ਬਦਲਾਅ ਹੈ। ਕੀ ਹੋਇਆ? ਆਓ ਵੇਖਦੇ ਹਾਂ 11ਵੇਂ ਵਚਨ ਤੋਂ। ਤਦ ਸ਼ਾਊਲ ਨੇ ਇਹ ਸੋਚਿਆ ਕਿ ਮੈਂ ਇਸ ਤਰ੍ਹਾਂ ਮਾਰਾਂਗਾ ਕਿ ਬਰਸ਼ੀ ਦਾਊਦ ਨੂੰ ਆਰ-ਪਾਰ ਹੋ ਕੇ ਖੁੱਭ ਜਾਏ। ਸ਼ਾਊਲ ਨੇ ਬਰਸ਼ਾ ਚਲਾਇਆ, ਪਰ ਦਾਊਦ ਉਹਦੇ ਸਾਹਮਣੇ ਦੋਨੇ ਵਾਰ ਹਟ ਗਿਆ। ਸ਼ਾਊਲ ਯਹੋਵਾ ਤੋਂ ਡਰਿਆ ਕਰਦਾ ਸੀ, ਕਿਉਂਕਿ ਦਾਊਦ ਦੇ ਨਾਲ ਯਹੋਵਾ ਸੀ ਅਤੇ ਸ਼ਾਊਲ ਤੋਂ ਅਲੱਗ ਹੋ ਗਿਆ ਸੀ। ਸ਼ਾਊਲ ਨੇ ਉਸ ਨੂੰ ਸਹਸਤਰਪਤੀ ਬਣਾਇਆ। 18ਵਾਂ ਅਧਿਆਏ 5ਵਾਂ ਵਚਨ। ਜਿੱਥੇ ਕਿਤੇ ਸ਼ਾਊਲ ਦਾਊਦ ਨੂੰ ਭੇਜਦਾ ਸੀ, ਉੱਥੇ ਜਾ ਕੇ ਸਮਝਦਾਰੀ ਦੇ ਨਾਲ ਕੰਮ ਕਰਦਾ ਸੀ ਅਤੇ ਸ਼ਾਊਲ ਨੇ ਉਸ ਨੂੰ ਯੋਧਿਆਂ ਦਾ ਪ੍ਰਧਾਨ ਬਣਾਇਆ ਸੀ, ਪ੍ਰਮੋਸ਼ਨ ਦਿੱਤਾ ਅਤੇ ਉੱਤਮ ਸਥਿਤੀ ਤੇ ਪਹੁੰਚਾ ਦਿੱਤਾ। ਬੜੀ ਖੁਸ਼ੀ ਦੀ ਗੱਲ ਹੈ। ਪਰ ਹੁਣ ਕੀ ਕਰ ਰਿਹਾ ਹੈ? ਪ੍ਰਮੋਸ਼ਨ ਦੇਣ ਵਾਲਾ ਸ਼ਾਊਲ ਦਾਊਦ ਤੇ ਬੁਰੀਆਂ ਨਜ਼ਰਾਂ ਰੱਖ ਕੇ ਦਾਊਦ ਨੂੰ ਡਿਫੇਮ ਕਰਨਾ ਸ਼ੁਰੂ ਕਰ ਦਿੱਤਾ। ਕੀ ਕੀਤਾ ਹੈ ਜਾਣਦੇ ਹੋ? ਸੈਨਾ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਦਾਊਦ ਨੂੰ 1000 ਸੈਨਿਕਾਂ ਦੇ ਉੱਪਰ ਅਧਿਕਾਰੀ ਬਣਾ ਦਿੱਤਾ ਅਤੇ ਕਿਹਾ, ਦਾਊਦ ਨੂੰ ਕਹਿ ਦੋ। ਕੀ ਕਹਿਣਾ ਜੀ? ਮੇਰੇ ਆਲੇ ਦੁਆਲੇ ਵੀ ਨਾ ਵਿਖੇ, ਉਹ ਮੇਰੇ ਆਲੇ ਦੁਆਲੇ ਦਿਖਾਈ ਨਾ ਦੇ, ਉਸ ਨੂੰ ਕਹਿ ਦੋ। ਕੀ ਹੋ ਰਿਹਾ ਹੈ ਦਾਊਦ ਦੇ ਜੀਵਨ 'ਚ? ਅਗਰ ਧਿਆਨ ਨਾਲ ਵੇਖੀਏ, ਦਾਊਦ ਦੇ ਜੀਵਨ 'ਚ ਕੀ ਹੋ ਰਿਹਾ ਸੀ? ਪਹਿਲਾ ਚਰਵਾਹਾ ਸੀ, ਫਿਰ ਹਥਿਆਰ ਢੋਣ ਵਾਲਾ ਬਣਿਆ, ਫਿਰ ਯੋਧਿਆਂ ਦਾ ਪ੍ਰਧਾਨ ਅਤੇ ਹੁਣ ਸਹਸਤਰਪਤੀ। ਉਸ ਤੋਂ ਬਾਅਦ ਨੌਕਰੀ ਚਲੀ ਗਈ ਅਤੇ ਉਸ ਤੋਂ ਬਾਅਦ ਇਕੱਲਾ ਰਹਿ ਗਿਆ। ਫਿਰ ਉਸ ਤੋਂ ਬਾਅਦ ਕਿਤੇ ਸ਼ਾਊਲ ਉਸ ਨੂੰ ਮਾਰ ਨਾ ਦੇਵੇ, ਘੌਂਸਲੇ ਉਜੜੇ ਹੋਏ ਇੱਕ ਕਬੂਤਰ ਦੀ ਤਰ੍ਹਾਂ ਉਸ ਨੂੰ ਭਟਕ ਨਾ ਪਿਆ। ਉਸ ਤੋਂ ਬਾਅਦ ਭੁੱਖ ਨਾਲ ਤੜਫਦੇ ਹੋਏ ਇੱਕ ਦਿਨ ਇੱਕ ਯਾਜਕ ਦੇ ਕੋਲ ਆ ਕੇ ਕਹਿੰਦਾ, ਖਾਣ ਦੇ ਲਈ ਕੋਈ ਭੋਜਨ ਹੈ? ਐਸੇ ਮੰਗਣ ਦੇ ਹਾਲਾਤਾਂ ਦੇ ਵਿੱਚ ਉਸ ਨੂੰ ਆਉਣਾ ਪਿਆ। ਲੇਕਿਨ ਉਹ ਆਪਣੇ ਜੀਵਨ ਦੇ ਵਿੱਚ ਜਦੋਂ ਚਰਵਾਹਾ ਸੀ ਤਾਂ ਭੇਡਾਂ ਦੇ ਤੰਗ ਕਰਨ ਤੇ ਵੀ ਉਸਨੇ ਧੀਰਜ ਨਹੀਂ ਗਵਾਇਆ। ਯੋਧਿਆਂ ਦਾ ਪ੍ਰਧਾਨ ਬਣ ਗਿਆ। ਉਸ ਤੋਂ ਬਾਅਦ ਸਹਸਤਰਪਤੀ ਦੇ ਰੂਪ ਦੇ ਵਿੱਚ ਉਹ ਨੀਚਾ ਕੀਤਾ ਜਾਣ ਤੇ ਵੀ ਉਸਨੇ ਆਪਣੇ ਧੀਰਜ ਨੂੰ ਨਹੀਂ ਗਵਾਇਆ। ਉਸਨੇ ਸ਼ਾਊਲ ਦੀ ਨਿੰਦਾ ਨਹੀਂ ਕੀਤੀ, ਨਾ ਉਹਦੇ ਆਲੇ ਦੁਆਲੇ ਦੇ ਲੋਕਾਂ ਦੀ ਕੀਤੀ। ਇੱਕ ਵਧੀਆ ਅਹੁਦੇ ਤੋਂ ਵੀ ਉਸ ਨੂੰ ਹਟਾ ਕੇ ਦਾਊਦ ਨੂੰ ਮੌਤ ਦੀ ਸਜ਼ਾ ਦੇ ਕੇ ਮਾਰਨਾ ਹੈ। ਇਸ ਤਰ੍ਹਾਂ ਦੀ ਜਦੋਂ ਕੋਸ਼ਿਸ਼ ਕੀਤੀ, ਦਾਊਦ ਨੇ ਧੀਰਜ ਨਹੀਂ ਗਵਾਇਆ। ਘੌਂਸਲੇ ਦੇ ਉਜੜੇ ਹੋਏ ਕਬੂਤਰ ਦੀ ਤਰ੍ਹਾਂ ਉਹ ਆਪਣੇ ਘਰ ਨੂੰ ਛੱਡ ਕੇ ਕਿਤੇ ਸ਼ਾਊਲ ਮਾਰ ਨਾ ਦਵੇ, ਇਸ ਡਰ ਤੋਂ ਆਪਣੇ ਘਰ ਨੂੰ ਛੱਡ ਕੇ ਜਦੋਂ ਜੰਗਲ ਦੇ ਵਿੱਚ ਭਟਕ ਰਿਹਾ ਸੀ, ਹੌਸਲਾ ਰੱਖਣ ਲੱਗਾ। ਖਾਣ ਲਈ ਭੋਜਨ ਨਹੀਂ ਸੀ। ਜਦੋਂ ਭੁੱਖ ਨਾਲ ਤੜਫ ਰਿਹਾ ਸੀ, ਉਸ ਸਮੇਂ ਵੀ
ਉਸਨੇ ਬਹੁਤ ਧੀਰਜ ਰੱਖਿਆ। ਪ੍ਰਭੂ ਤੁਸੀਂ ਇਹ ਕੀ ਕੀਤਾ? ਜਵਾਨੀ 'ਚ ਦੁੱਖ ਸਹਿ ਕੇ ਮੈਂ ਤੇਰੇ ਲਈ ਜੀਣ ਲੱਗਾ। ਜਦੋਂ ਮੈਂ ਚਰਵਾਹਾ ਸੀ ਆਪਣੇ ਚਰਿੱਤਰ ਨੂੰ ਪਵਿੱਤਰ ਰੱਖਿਆ। ਜਦੋਂ ਮੈਨੂੰ ਉੱਚੀ ਪਦਵੀ ਦਿੱਤੀ ਮੈਂ ਆਪਣੀ ਆਤਮਿਕਤਾ ਨਹੀਂ ਗਵਾਈ। ਇਸ ਤਰ੍ਹਾਂ ਮੈਨੂੰ ਉੱਚਾ ਕਰਨ ਤੋਂ ਬਾਅਦ ਫਿਰ ਇਸ ਤਰ੍ਹਾਂ ਥੱਲੇ ਕਿਉਂ ਸੁੱਟ ਦਿੱਤਾ? ਮੈਨੂੰ ਕੰਗਾਲ ਕਿਉਂ ਬਣਾ ਦਿੱਤਾ? ਕੱਲ ਤੱਕ ਮੈਂ ਇੱਕ ਉੱਤਮ ਅਹੁਦੇ ਤੇ ਸੀ, ਅੱਜ ਮੇਰੇ ਕੋਲ ਕੁਝ ਵੀ ਨਹੀਂ ਆ ਅਤੇ ਨਾ ਹੀ ਖਾਣ ਦੇ ਲਈ ਭੋਜਨ ਵੀ ਆ। ਕੀ ਇਸ ਤਰ੍ਹਾਂ ਕਰਨਾ ਸਹੀ ਹੈ ਪ੍ਰਭੂ? ਕੀ ਇਸ ਤਰ੍ਹਾਂ ਕਰਨ ਨਾਲ ਭਲਾ ਹੈ? ਕੀ ਇਸ ਤਰ੍ਹਾਂ ਪ੍ਰਭੂ ਦੇ ਅੱਗੇ ਸਵਾਲ ਕੀਤੇ? ਨਹੀਂ। ਕਿਉਂ? ਧੀਰਜ। ਉਸ ਧੀਰਜ ਨੇ ਕੀ ਕੀਤਾ ਕਿ ਉਹ ਹਰ ਇੱਕ ਸਥਿਤੀ ਨੂੰ ਬਰਦਾਸ਼ਤ ਕਰੇ। ਇਸ ਤਰ੍ਹਾਂ ਦਾ ਬਣ ਗਿਆ। ਸਾਡੇ ਵਿੱਚ ਬਹੁਤ ਸਾਰੇ ਲੋਕ ਆ, ਕੋਈ ਚਿੰਤਾ ਨਹੀਂ, ਮੇਰਾ ਗ੍ਰਾਫ ਵਧਣ ਲੱਗ ਪਿਆ ਹੈ। ਸਾਡੀ ਭਾਸ਼ਾ ਵਿੱਚ ਕਿਸਮਤ ਬਦਲ ਗਈ ਹੈ। ਚਿੰਤਾ ਨਹੀਂ ਆ, ਸੰਕਟ ਦੂਰ ਹੋ ਗਿਆ ਹੈ। ਚਿੰਤਾ ਨਹੀਂ ਹੈ, ਬੈਂਕ ਦੇ ਵਿੱਚ ਬੈਲੈਂਸ ਰੱਖਣ ਲੱਗ ਪਿਆ ਹਾਂ। ਕੋਈ ਫਿਕਰ ਨਹੀਂ ਆ, ਸਟੇਟਸ ਵੱਧ ਗਿਆ ਹੈ। ਇਹ ਸੋਚਦੇ ਹੋਏ ਤੁਸੀਂ ਅਚਾਨਕ ਉੱਪਰ ਜਾਂਦੇ ਹੋਏ ਥੱਲੇ ਡਿੱਗ ਪਏ। ਅਚਾਨਕ ਹਾਲਾਤ ਬਣ ਗਏ। ਅਚਾਨਕ ਤੁਹਾਡੀ ਨੌਕਰੀ ਚਲੀ ਗਈ। ਅਚਾਨਕ ਤੁਹਾਡਾ ਅਹੁਦਾ ਤੁਹਾਡੇ ਤੋਂ ਲੈ ਲਿੱਤਾ ਗਿਆ। ਤੁਹਾਨੂੰ ਕਿਸ ਤਰ੍ਹਾਂ ਲੱਗੇਗਾ? ਗੁੱਸਾ ਆਏਗਾ। ਤੁਸੀਂ ਗੁੱਸੇ ਚ ਆਓਗੇ। ਕਿਹਦੇ ਉੱਪਰ? ਪਰਮੇਸ਼ਵਰ ਦੇ ਉੱਪਰ। ਕਿਉਂ? ਉਸ ਨੇ ਹੀ ਮੇਰੀ ਨੌਕਰੀ ਨੂੰ ਖੋਹ ਲਿਆ। ਉਸ ਨੇ ਇਸ ਤਰ੍ਹਾਂ ਕੀਤਾ ਹੈ ਕਿ ਇਹ ਸਹੀ ਆ। ਜਦੋਂ ਮੈਨੂੰ ਨੌਕਰੀ ਮਿਲੀ ਉਸ ਨੇ ਹੀ ਦਿੱਤੀ। ਇਸ ਤਰ੍ਹਾਂ ਉੱਚੀ ਰੌਲਾ ਨਹੀਂ ਪਾਇਆ। ਜਦੋਂ ਪ੍ਰਮੋਸ਼ਨ ਦਿੱਤਾ ਉਸ ਨੇ ਹੀ ਪ੍ਰਮੋਸ਼ਨ ਦਿੱਤਾ। ਕਿਉਂ ਗਵਾਹੀ ਨਹੀਂ ਦਿੱਤੀ? ਤੁਹਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਨੌਕਰੀ ਨਹੀਂ ਮਿਲੀ ਅਤੇ ਤੁਹਾਨੂੰ ਹੀ ਮਿਲੀ। ਕਿਉਂ? ਉਸੇ ਨੇ ਹੀ ਨੌਕਰੀ ਦਿੱਤੀ ਹੈ। ਇਸ ਤਰ੍ਹਾਂ ਕਿਉਂ ਤੁਸੀਂ ਗਵਾਹੀ ਨਹੀਂ ਦਿੱਤੀ? ਕਿਉਂ ਪ੍ਰਭੂ ਦਾ ਧੰਨਵਾਦ ਨਹੀਂ ਕੀਤਾ? ਹੁਣ ਮੁਸ਼ਕਿਲ ਆ ਗਈ ਤਾਂ, ਅੱਜ ਤੁਹਾਡੀ ਨੌਕਰੀ ਚਲੀ ਗਈ ਤਾਂ, ਅੱਜ ਹਾਲਾਤ ਖਰਾਬ ਹੋ ਗਏ ਤਾਂ ਹੀ ਤੁਹਾਨੂੰ ਗੁੱਸਾ ਆ ਰਿਹਾ ਨਾ। ਕਿਹਦੇ ਉੱਪਰ? ਪਰਮੇਸ਼ਵਰ ਦੇ ਉੱਪਰ। ਆਲੇ ਦੁਆਲੇ ਦੇ ਲੋਕਾਂ ਤੇ ਗੁੱਸਾ ਉਹਦੇ ਕਾਰਨ ਮੇਰੀ ਨੌਕਰੀ ਚਲੇਗੀ। ਉਸੇ ਨੇ ਨੌਕਰੀ ਤੋਂ ਕੱਢਿਆ ਹੈ। ਪ੍ਰਮੋਸ਼ਨ ਨਹੀਂ ਮਿਲਣ ਦਿੱਤਾ। ਮੈਂ ਉਸ ਨੂੰ ਵੇਖ ਲਵਾਂਗਾ। ਕਿਸੇ ਨਾ ਕਿਸੇ ਦਿਨ ਮੇਰਾ ਵੀ ਸਮੇਂ ਆਏਗਾ। ਕੀ ਆਏਗਾ? ਕਹਿ ਰਿਹਾ ਹੈ ਸਮਾਂ ਆਏਗਾ, ਕਹਿ ਰਿਹਾ ਹੈ। ਫਿਰ ਮੈਂ ਉਸ ਨੂੰ ਵੇਖ ਲਵਾਂਗਾ। ਇਸ ਦੇ ਉੱਪਰ ਉਸ ਦੇ ਉੱਪਰ ਗੁੱਸਾ ਕਰਦੇ ਆ, ਗੁੱਸੇ ਨਾਲ ਸੜਦੇ ਰਹਿੰਦੇ ਆ। ਇਹ ਤੁਹਾਡਾ ਸੁਭਾਅ ਹੈ। ਇਸ ਲਈ ਧਿਆਨ ਦਿਓ। ਸੈਨਾ ਦੇ ਪ੍ਰਧਾਨ ਦੇ ਰੂਪ ਦੇ ਵਿੱਚ ਦਾਊਦ ਜਦੋਂ ਉੱਚਾ ਕੀਤਾ ਗਿਆ, ਬਾਈਬਲ 'ਚ ਕੀ ਲਿਖਿਆ ਜਾਣਦੇ ਹੋ? ਉਹਦੇ ਆਲੇ ਦੁਆਲੇ ਰਹਿਣ ਵਾਲੇ ਸਾਰੇ ਹੀ ਦਾਊਦ ਦੀ ਤਾਰੀਫ ਕਰਦੇ ਸੀ। ਸਾਰਿਆਂ ਨੇ ਵਡਿਆਈ ਕੀਤੀ। ਉਸ ਦਾ ਅਹੁਦਾ ਚਲਿਆ ਗਿਆ। ਜਿਹੜਾ ਪੂਰੀ ਸੈਨਾ ਦਾ ਅਧਿਕਾਰੀ ਸੀ, ਹੁਣ ਉਹ ਸਹਸਤਰਪਤੀ 1000 ਲੋਕਾਂ ਦਾ ਅਧਿਕਾਰੀ ਬਣ ਗਿਆ। ਡਿਮੋਟ ਕਰਨ ਤੇ, ਡਿਫੇਮ ਕਰਨ ਤੇ ਕਿੰਨੀ ਹੀ ਸ਼ਰਮ ਦੀ ਗੱਲ ਹੈ। ਦੇਸ਼ ਦੀ ਸੈਨਾ ਦਾ ਅਧਿਕਾਰੀ ਹੋ ਕੇ ਕੰਮ ਕਰਨ ਵਾਲੇ ਦਾਊਦ ਨੂੰ ਇੱਕ ਕੋਨੇ ਤੇ ਸੁੱਟ ਦਿੱਤਾ। ਦਾਊਦ ਨੂੰ ਵੇਖ ਕੇ ਲੋਕੀ ਕੀ ਕਹਿਣਗੇ ਦੱਸੋ? ਕਿਉਂ ਦਾਊਦ, ਤੇਰਾ ਅਹੁਦਾ ਕਿੱਥੇ ਚਲਾ ਗਿਆ? ਕਿਉਂ ਤੇਰਾ ਗ੍ਰਾਫ ਉਤਰ ਗਿਆ? ਕਿਉਂ ਤੇਰੀ ਪੋਸਟ ਚਲੀ ਗਈ? ਤੂੰ ਕੀ ਕੀਤਾ? ਬਹੁਤ ਸਾਰੇ ਸਵਾਲ ਇਹਨਾਂ ਸਭ ਦਾ ਸਾਹਮਣਾ ਕੀਤਾ, ਲੇਕਿਨ ਧੀਰਜ ਨੂੰ ਉਹ ਨਾ ਗਵਾ ਸਕਿਆ। ਕਾਰਨ ਜਾਣਦੇ ਹੋ? ਕੁਝ ਸਮੇਂ ਪਹਿਲਾਂ ਇੱਕ ਗੱਲ ਦੱਸੀ। ਕੰਮ ਦੇ ਵਿੱਚ ਧੀਰਜ ਕੀ ਕਰਦਾ ਹੈ? ਯੋਜਨਾ ਦੀ ਰਾਖੀ ਕਰਦਾ ਹੈ। ਉਹ ਯੋਜਨਾ ਕੀ ਹੈ? ਦਾਊਦ ਦੇ ਪ੍ਰਤੀ ਪਰਮੇਸ਼ਵਰ ਦੀ ਇੱਕ ਯੋਜਨਾ ਸੀ। ਉਹ ਯੋਜਨਾ ਕੀ ਸੀ? ਭੇਡਾਂ ਦਾ ਚਰਵਾਹਾ ਦਾਊਦ ਇੱਕ ਦਿਨ ਇੱਕ ਰਾਜਾ ਬਣੇ। ਇਹ ਪਰਮੇਸ਼ਵਰ ਦੀ ਯੋਜਨਾ ਸੀ। ਭੈਣੋ ਅਤੇ ਭਰਾਵੋ, ਤੁਸੀਂ ਕਹਿ ਸਕਦੇ ਹੋ ਦਾਊਦ ਦੇ ਪ੍ਰਤੀ ਪਰਮੇਸ਼ਵਰ ਦੀ ਵੱਡੀ ਯੋਜਨਾ ਹੋ ਸਕਦੀ ਆ, ਪਰ ਮੈਂ ਕੌਣ ਹਾਂ? ਮੈਂ ਕੀ ਹਾਂ? ਮੈਂ ਪੁੱਛਦਾ ਹਾਂ ਦਾਊਦ ਕੀ ਸੀ? ਦੱਸੋ। ਦਾਊਦ ਨੇ ਤਾਂ ਰਾਜੇ ਮਹਾਰਾਜਿਆਂ ਦੇ ਘਰੇ ਜਨਮ ਲਿਆ ਜੀ। ਉਸ ਨੇ ਬਚਪਨ ਤੋਂ ਹੀ ਸਭ ਕੁਝ ਸਿੱਖਿਆ ਸੀ। ਹਾਂਜੀ, ਇਹ ਸਭ ਕੁਝ ਤੁਹਾਨੂੰ ਕਿੰਨੇ ਦੱਸਿਆ? ਦਾਊਦ ਤਾਂ ਇੱਕ ਚਰਵਾਹਾ ਸੀ, ਭੇਡਾਂ ਦਾ ਚਰਵਾਹਾ। ਭੈਣੋ ਅਤੇ ਭਰਾਓ ਧਿਆਨ ਦਿਓ। ਦਾਊਦ ਦਾ ਦਿਨ ਪ੍ਰਤੀ ਦਿਨ ਗ੍ਰਾਫ ਡਿੱਗਦਾ ਜਾ ਰਿਹਾ ਸੀ। ਇਸ ਤਰ੍ਹਾਂ ਗ੍ਰਾਫ ਡਿੱਗਦੇ ਸਮੇਂ ਦਾਊਦ ਨਿਰਾਸ਼ ਨਹੀਂ ਹੋਇਆ, ਪਰੇਸ਼ਾਨ ਨਹੀਂ ਹੋਇਆ, ਜ਼ਿੰਦਗੀ ਤੋਂ ਨਾਰਾਜ਼ ਨਹੀਂ ਹੋਇਆ। ਸ਼ਾਊਲ ਨੂੰ ਮੈਂ ਵੇਖ ਲਵਾਂਗਾ, ਇਸ ਤਰ੍ਹਾਂ ਦੁਸ਼ਮਣੀ ਵੀ ਨਹੀਂ ਰੱਖੀ। ਕੀ ਕੀਤਾ? ਧੀਰਜ ਰੱਖਿਆ। ਸਹਿ ਗਿਆ। ਕਿਉਂ ਸਹਿ ਗਿਆ? ਕਿਉਂਕਿ ਮੇਰੇ ਪ੍ਰਤੀ ਪਰਮੇਸ਼ਵਰ ਦੀ ਇੱਕ ਯੋਜਨਾ ਹੈ। ਅਗਰ ਉਸ ਯੋਜਨਾ ਦੀ ਰਾਖੀ ਮੈਂ ਕਰਨੀ ਹੈ, ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮੈਂ ਬਚਾਉਣਾ ਹੈ। ਧੀਰਜ ਦੇ ਨਾਲ ਹੀ ਮੈਂ ਆਪਣੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ, ਧੀਰਜ ਨਾਲ ਸਾਹਮਣਾ ਕੀਤਾ। ਸ਼ਾਊਲ ਦਾ ਵਿਰੋਧ ਨਹੀਂ ਕੀਤਾ। ਸ਼ਾਊਲ ਦੇ ਲੋਕਾਂ ਦਾ ਵਿਰੋਧ ਕਰਕੇ ਦੂਸਰੀ ਪਾਰਟੀ ਨਹੀਂ ਬਣਾਈ।
ਮੈਂ ਫਲਿਸ਼ਤੀ ਨੂੰ ਮਾਰਿਆ ਸੀ ਨਾ, ਮੈਂ ਹੀ ਦੇਸ਼ ਦੀ ਰਾਖੀ ਕੀਤੀ ਸੀ, ਮੈਂ ਰਾਜੇ ਦੇ ਰੂਪ 'ਚ ਚੁਣਿਆ ਗਿਆ ਹਾਂ। ਇਹ ਸੋਚ ਕੇ ਜਲਦਬਾਜ਼ੀ ਦੇ ਵਿੱਚ ਵੀ ਉਸਨੇ ਫੈਸਲਾ ਨਹੀਂ ਕੀਤਾ। ਕੀ ਕੀਤਾ ਜਾਣਦੇ ਹੋ? ਧੀਰਜ ਦੇ ਨਾਲ ਪਰਮੇਸ਼ਵਰ ਦੀ ਇੱਛਾ ਨੂੰ ਮੌਕਾ ਦਿੱਤਾ, ਪਰਮੇਸ਼ਵਰ ਦੀ ਯੋਜਨਾ ਨੂੰ ਮਹੱਤਵ ਦਿੱਤਾ। ਮੈਨੂੰ ਰਾਜੇ ਦੇ ਰੂਪ 'ਚ ਪਰਮੇਸ਼ਵਰ ਨੇ ਬਣਾਇਆ ਹੈ, ਰਾਜਾ ਬਣਾਵਾਂਗਾ ਪਰਮੇਸ਼ਵਰ ਨੇ ਕਿਹਾ ਸੀ, ਪਰ ਅੱਜ ਮੇਰੇ ਆਲੇ ਦੁਆਲੇ ਦੇ ਹਾਲਾਤ ਮੇਰੇ ਫੇਵਰ ਦੇ ਵਿੱਚ ਨਹੀਂ ਦਿਖਾਈ ਦੇ ਰਹੇ। ਇਹ ਸੋਚ ਕੇ ਅਗਰ ਮੈਂ ਗੁੱਸੇ 'ਚ ਆਵਾਂਗਾ, ਇਹ ਸੋਚ ਕੇ ਆਤਮਿਕਤਾ ਨੂੰ ਗਵਾ ਦੇਵਾਂਗਾ, ਪਰਮੇਸ਼ਵਰ ਦੀ ਯੋਜਨਾ ਨੂੰ ਵੀ ਮੈਂ ਗਵਾ ਲਵਾਂਗਾ। ਇਸ ਲਈ ਪਰਮੇਸ਼ਵਰ ਦੀ ਯੋਜਨਾ ਦੀ ਅਗਰ ਰਾਖੀ ਕਰਨੀ ਹੈ ਤਾਂ ਧੀਰਜ ਨਾਲ ਹੀ ਮੈਂ ਅੱਗੇ ਵਧਣਾ ਹੈ। ਪਰਮੇਸ਼ਵਰ ਦਾ ਨਿਯੁਕਤ ਸਮੇਂ ਆ ਹੀ ਗਿਆ। ਦਾਊਦ ਦੇਸ਼ ਤੇ ਰਾਜ ਕਰਨ ਵਾਲੇ ਰਾਜੇ ਦੇ ਰੂਪ 'ਚ ਅਭਿਸ਼ੇਕ ਕੀਤਾ ਗਿਆ। ਕਾਰਨ ਜਾਣਦੇ ਹੋ? ਉਹਦੇ ਜੀਵਨ ਵਿੱਚ ਜਿਹੜਾ ਧੀਰਜ ਸੀ, ਉਸਨੇ ਯੋਜਨਾ ਦੀ ਰਾਖੀ ਕੀਤੀ। ਐਸੀ ਕਿਰਪਾ ਪਰਮੇਸ਼ਵਰ ਸਾਰਿਆਂ ਤੇ ਕਰੇ। ਆਓ ਅਸੀਂ ਪ੍ਰਾਰਥਨਾ ਕਰੀਏ। ਮੈਂ ਚਾਹੁੰਦਾ ਹਾਂ ਕਿ ਹਰ ਇੱਕ ਜਨ ਪ੍ਰਾਰਥਨਾ 'ਚ ਹਿੱਸਾ ਲਵਾਂਗੇ। ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ, ਅੱਜ ਦੇ ਦਿਨ ਪਿਤਾ, ਜਿਹੜੇ ਜਿੰਨਾ ਮੁਸ਼ਕਿਲਾਂ 'ਚ ਫਸੇ ਆ ਤੁਸੀਂ ਜਾਣਦੇ ਹੋ, ਉਹਨਾਂ ਨਾਲ ਸਾਫ਼ ਗੱਲ ਕਰਕੇ ਤੁਸੀਂ ਉਹਨਾਂ ਨੂੰ ਸ਼ਾਂਤੀ ਦਿੱਤੀ, ਮਜ਼ਬੂਤ ਕੀਤਾ ਅਤੇ ਹਰ ਇੱਕ ਜਾਣੇ ਨੂੰ ਯਾਦ ਕਰਵਾਇਆ ਕਿ ਤੁਹਾਡੇ ਲਈ ਮੇਰੀ ਉੱਤਮ ਯੋਜਨਾ ਹੈ। ਅੱਜ ਜੋ ਵੀ ਉਤਾਰ ਚੜਾਵ ਦਾ, ਅੰਧਕਾਰ ਦਾ ਤੁਸੀਂ ਸਾਹਮਣਾ ਕਰ ਰਹੇ ਹੋ, ਇਹਨਾਂ ਵਿੱਚੋਂ ਕੁਝ ਵੀ ਮੇਰੀ ਯੋਜਨਾ ਨੂੰ ਤੁਹਾਡੇ ਜੀਵਨ 'ਚ ਪੂਰੀ ਹੋਣ ਤੋਂ ਨਹੀਂ ਰੋਕ ਸਕਦੇ। ਵਿਸ਼ਵਾਸ ਕਰਨ ਵਾਲਾ ਹਰ ਇੱਕ ਜਨ ਧੀਰਜ ਅਤੇ ਸਬਰ ਦੇ ਨਾਲ, ਚਾਹੇ ਪੜ੍ਹਾਈ ਵਿੱਚ ਹੋ ਸਕਦਾ ਹੈ, ਨੌਕਰੀ ਦੀਆਂ ਕੋਸ਼ਿਸ਼ਾਂ 'ਚ ਹੋ ਸਕਦਾ ਹੈ, ਜਾਂ ਵਿਆਹ ਦੇ ਬਾਰੇ ਹੋ ਸਕਦਾ ਹੈ, ਸੰਤਾਨ ਦੇ ਬਾਰੇ ਹੋ ਸਕਦਾ ਹੈ, ਜਾਂ ਫਿਰ ਪਰਿਵਾਰ ਨੂੰ ਬਣਾਉਣ ਦੇ ਬਾਰੇ ਹੋ ਸਕਦਾ ਹੈ, ਧੀਰਜ ਦੇ ਨਾਲ ਸਿੱਖਦੇ ਹੋਏ ਅੱਗੇ ਵਧਣ ਦੀ ਕਿਰਪਾ ਅਤੇ ਜਿਸ ਮੰਜ਼ਿਲ ਤੇ ਪਹੁੰਚਣਾ ਉੱਥੇ ਪਹੁੰਚਣ ਦੀ ਕਿਰਪਾ ਹਰ ਇੱਕ ਤੇ ਕਰ ਦਿਓ। ਪ੍ਰਭੂ ਯਿਸੂ ਦੇ ਨਾਮ 'ਚ ਮੰਗਦੇ ਹਾਂ ਪਿਤਾ, ਆਮੀਨ।